ਅਕਾਲ, ਸਵਾਗਤ ਹੈ ਤੁਹਾਡਾ ਸਾਰਿਆਂ ਦਾ NRI ਵਰਡ ਦੀ ਇੱਕ ਹੋਰ ਖਾਸ ਪੇਸ਼ਕਸ਼ ਦੇ ਵਿੱਚ। ਕੈਨੇਡਾ ਪਰਦੀਆਂ ਸਰਗਰਮੀਆਂ ਦੇ ਨਾਲ ਮੈਂ ਰੁਪਿੰਦਰ ਇੱਕ ਵਾਰੀ ਫਿਰ ਤੋਂ ਹਾਜ਼ਰ ਹਾਂ। ਬੀਤੇ ਹਫ਼ਤੇ ਕੀ ਕੁਝ ਰਿਹਾ ਕੈਨੇਡਾ ਵਿੱਚ ਖਾਸ, ਐਸੇ ਤੇ ਪਾਵਾਂਗੇ ਨਜ਼ਰ ਅੱਜ NRI ਵਰਡ ਵਿੱਚ। ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜਿੱਥੇ ਵੱਖ-ਵੱਖ ਸਮਾਗਮ ਉਲੀਕੇ ਜਾ ਰਹੇ ਨੇ, ਉੱਥੇ ਹੀ ਈਕੋ ਸਿੱਖ ਵੱਲੋਂ ਇੱਕ ਕੋਸ਼ਿਸ਼ ਕੀਤੀ ਗਈ ਹੈ ਕਿ ਦੁਨੀਆ ਭਰ ਵਿੱਚ 1 ਮਿਲੀਅਨ ਦੇ ਕਰੀਬ पेड़ पौधे लाए जान। इस विच ईको सिख कैनेडा वालों भी योगदान पाया जा रहा है, जिस तहत बीते दिनी मिसिसागा विखे कुछ पेड़ पौधे लाए गए। Technique is to keep one foot firmly in place on the ground and use your other foot to drive it into the crowd. I don't want to see any jumping on the shovel. It's not a pogo stick. ਈਕੋ ਸਿੱਖ ਕੈਨੇਡਾ ਵੱਲੋਂ ਟੋਰਾਂਟੋ ਤੋਂ ਬਾਅਦ ਮਿਸਿਸਾਗਾ ਦੇ ਕੋਟਲੀਨ ਪਾਰਕ ਐਥਲੈਟਿਕ ਸੈਂਟਰ ਦੇ ਵਿੱਚ ਵੀ ਟ੍ਰੀ ਪਲਾਂਟਿੰਗ ਸੈਰੇਮਨੀ ਰੱਖੀ ਗਈ। ਇਸ ਮੌਕੇ 200 ਪੇੜ ਪੌਦੇ ਲਗਾਏ ਗਏ। ਸਿੱਖ ਭਾਈਚਾਰੇ ਵੱਲੋਂ ਸਥਾਪਿਤ ਕੀਤੀ ਗਈ ਇਹ ਸੰਸਥਾ ਸਾਫ਼ ਵਾਤਾਵਰਣ ਸੰਬੰਧੀ ਕੰਮ ਕਰਦੀ ਹੈ। ਇਸ ਸੰਸਥਾ ਵੱਲੋਂ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਦੁਨੀਆ ਭਰ ਦੇ ਵਿੱਚ 1 ਮਿਲੀਅਨ ਪੇੜ ਪੌਦੇ ਲਗਾਉਣ ਦਾ ਟੀਚਾ ਮਿਥਿਆ ਗਿਆ ਹੈ। Great event today here at Courtney Park Athletics Fields. Great turnout working with our partners, Credit Valley Conservation. We're planting 200 trees in honor of Guru Nanak and the community. So it's great to have partnership here. We have BAE as well participating in the group with a bunch of planters, and also Prava home decor as well and staging. So they're all contributing, and it's a community event. We're here today at Credit Valley Courtney Park Athletic Center in that area, planting trees with Ecco 6. It's a great initiative that has been started by a young gentleman named Roop and a team that he's gathered around him. His vision is to make sure that our community is contributing to the environmental health of Canada, and he envisions planting millions of trees across this country, but we're starting with 200 here today, and I think it's a fantastic initiative. It really shows how caring so many Canadians are and how much the environment means to them. ਤੁਸੀਂ ਸਾਰੇ ਜਾਣਦੇ ਹੋ ਕਿ ਆਪਾਂ ਬੱਚਿਆਂ ਦੀ ਖਾਤਰ, ਆਪਣੇ ਬੱਚਿਆਂ ਦੀ ਖਾਤਰ, ਆਪਣੇ ਭਵਿੱਖ ਦੀ ਖਾਤਰ ਦਰਖਤ ਲਗਾ ਕੇ ਵਾਤਾਵਰਨ ਨੂੰ ਸ਼ੁੱਧ ਕਰਨਾ ਆ। ਸੋ ਅੱਜ ਅਸੀਂ ਇੱਥੇ ਬਰੈਂਪਟਨ ਦੇ ਵਿੱਚ ਆਏ ਹੋਏ ਹੈਗੇ ਹਾਂ ਅਤੇ ਇੱਥੇ ਲਾ ਰਹੇ ਹਾਂ, ਦਰਖਤ ਲਾ ਰਹੇ ਹਾਂ। ਅਤੇ ਪਿਛਲੇ ਵਾਰੀ 2 ਵਾਰੀ ਅੱਗੇ ਲਾਏ ਹੈਗੇ ਆ। ਗੁਰੂ ਨਾਨਕ ਦੇਵ ਜੀ ਦੇ ਨਾਂ ਦਾ ਦਰਖਤ ਲਾ ਕੇ ਆਪਾਂ ਨੇ ਸ਼ੁਰੂਆਤ ਕੀਤੀ ਆ ਅਤੇ ਬੜੀ ਅੱਛੀ ਤਰ੍ਹਾਂ ਹੈਗਾ। ਇਹ ਬੜਾ ਅੱਛਾ ਕੰਮ ਹੈਗਾ। ਸਾਰਿਆਂ ਨੂੰ ਬੇਨਤੀ ਆ ਕਿ ਸਾਰੇ ਆ ਕੇ ਇਸ ਵਿੱਚ ਆਪਣਾ ਯੋਗਦਾਨ ਪਾਵੋ, ਕਿਉਂਕਿ ਆਪਣੇ ਭਵਿੱਖ ਲਈ ਅਤੇ ਆਪਣੇ ਬੱਚਿਆਂ ਦੇ ਭਵਿੱਖ ਦੀ ਖਾਤਰ ਬਹੁਤ ਜ਼ਿਆਦਾ ਜ਼ਰੂਰੀ ਹੈਗਾ ਆ। ਕੈਨੇਡਾ ਵਿੱਚ ਸਥਾਪਿਤ ਨਾਨ-ਪ੍ਰੋਫਿਟ ਚੈਰੀਟੇਬਲ ਆਰਗੇਨਾਈਜੇਸ਼ਨ ਈਕੋ ਸਿੱਖ ਕੈਨੇਡਾ ਦੇ ਕਲਾਈਮੇਟ ਪਲਾਨ ਵਿੱਚ ਵੀ ਯੋਗਦਾਨ ਪਾ ਰਹੀ ਹੈ ਅਤੇ 2021 ਤੱਕ ਇਸ ਸੰਸਥਾ ਵੱਲੋਂ 55,000 ਪੇੜ ਪੌਦੇ ਲਗਾਉਣ ਦਾ ਟੀਚਾ ਮਿਥਿਆ ਗਿਆ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਾਲਟਨ ਦੇ ਗੁਰਦੁਆਰਾ ਸਾਹਿਬ ਵੱਲੋਂ ਨਗਰ ਕੀਰਤਨ ਕੱਢਿਆ ਗਿਆ, ਜਿਸ ਦੀ ਸਮਾਪਤੀ ਸ਼ਾਮ ਵੇਲੇ ਗੁਰਦੁਆਰਾ ਸਾਹਿਬ ਆਕਰ ਹੀ ਹੋਈ। ਵਧੀਆ ਮੌਸਮ ਦੇ ਚਲਦੇ ਵੱਡੀ ਤਾਦਾਦ ਵਿੱਚ ਸੰਗਤਾਂ ਇਸ ਨਗਰ ਕੀਰਤਨ ਦਾ ਹਿੱਸਾ ਬਣੀਆਂ। ਇਸ ਵਾਰ ਦਾ ਨਗਰ ਕੀਰਤਨ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਵੀ ਸਮਰਪਿਤ ਸੀ। ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਮਾਲਟਨ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ। 1995 ਤੋਂ ਸ਼ੁਰੂ ਹੋਏ ਇਸ ਨਗਰ ਕੀਰਤਨ ਦੀ ਇਸ ਸਾਲ 25ਵੀਂ ਵਰ੍ਹੇਗੰਢ ਸੀ। ਵੱਡੀ ਤਾਦਾਦ ਵਿੱਚ ਸੰਗਤਾਂ ਨੇ ਇਸ ਨਗਰ ਕੀਰਤਨ ਵਿੱਚ ਹਾਜ਼ਰੀ ਭਰੀ। ਨਗਰ ਕੀਰਤਨ ਮੌਕੇ ਗੁਰਦੁਆਰੇ ਦੇ ਪਾਰਕਿੰਗ ਲਾਟ ਵਿੱਚ ਤੇ ਨਗਰ ਕੀਰਤਨ ਦੇ ਰੂਟ ਤੇ ਲੰਗਰ ਦੇ ਸਟਾਲਸ ਲਗਾਏ ਗਏ ਸਨ। ਅੱਜ ਅਸੀਂ ਆਪਣੇ ਆਪ ਨੂੰ
ਬਹੁਤ ਖੁਸ਼ਕਿਸਮਤ ਸਮਝਦੇ ਆ ਕਿ ਮਾਲਟਨ ਦੇ ਵਿੱਚ ਨਗਰ ਕੀਰਤਨ ਹੋ ਰਿਹਾ ਹੈਗਾ, ਬਲਕਿ ਸਾਲ ਦੇ ਵਿੱਚ ਇਹ ਸਾਨੂੰ 2 ਵਾਰ ਆਪਰਚੁਨਿਟੀ ਮਿਲਦੀ ਹੈਗੀ ਹੈ ਜਦ ਅਸੀਂ ਐਜ਼ ਏ ਕਮਿਊਨਿਟੀ ਇਕੱਠੇ ਹੁੰਦੇ ਆ ਔਰ ਸੈਲੀਬ੍ਰੇਟ ਕਰਦੇ ਹੈਗੇ ਆ। ਸੋ ਬਹੁਤ ਅੱਛਾ ਲੱਗਦਾ ਹੈਗਾ, ਪੂਰੀ ਕਮਿਊਨਿਟੀ ਜੁੜਦੀ ਹੈਗੀ, ਇਕੱਠੀ ਹੁੰਦੀ ਹੈ ਔਰ ਸੈਲੀਬ੍ਰੇਟ ਕਰਦੀ ਹੈ। ਇੱਕ ਬੜਾ ਅਹਿਮ ਦਿਨ ਹੈ, ਇਹ ਤਾਂ ਅਸੀਂ ਦੂਜੀਆਂ ਕੌਮਾਂ ਨੂੰ ਸੰਦੇਸ਼ ਦਿੰਦੇ ਹਾਂ, ਮਾਨਵਤਾ ਨੂੰ ਸੰਦੇਸ਼ ਦਿੰਦੇ ਹਾਂ ਕਿ ਜਿਹੜਾ ਹੈਗਾ ਇਨਸਾਨ ਉਹਨੂੰ ਕਿਹੋ ਜਿਹਾ ਹੋਣਾ ਚਾਹੀਦਾ। ਸਾਡੇ ਧਰਮ ਵਿੱਚ ਕੀ ਉਪਦੇਸ਼ ਸਾਨੂੰ ਗੁਰੂ ਦੇ ਗਏ ਆ, ਇਹਨਾਂ ਉਪਦੇਸ਼ਾਂ ਨੂੰ ਲੈ ਕੇ ਅਸੀਂ ਆਪਣਾ ਪ੍ਰਸਾਰ ਕਰਦੇ ਹਾਂ ਮਾਨਵਤਾ ਦੇ ਭਲੇ ਦੀ ਕਰਕੇ। ਇਸ ਕਰਕੇ ਨਗਰ ਕੀਰਤਨ ਸਿੱਖ ਕੌਮ ਲਈ ਬੜਾ ਅਹਿਮ ਜਿੱਥੇ ਹੈ ਹੀ ਹੈ, ਉੱਥੇ ਆਮ ਮਾਨਵਤਾ ਲਈ ਬਹੁਤ ਅਹਿਮ ਹੈਗਾ। ਅੱਜ ਅਸੀਂ ਮਾਲਟਨ ਗੁਰੂ ਘਰ ਦੇ ਇੱਥੇ ਨਗਰ ਕੀਰਤਨ ਦੇ ਇਕੱਠੇ ਹੋਏ ਹਾਂ। ਬੜੀ ਖੁਸ਼ੀ ਹੁੰਦੀ ਹੈ ਜਦੋਂ ਆਪਦੀ ਕਮਿਊਨਿਟੀ ਦੇ ਲੋਕ ਠਾਠਾ ਮਾਰਦਾ ਇਕੱਠ ਦੇਖਦੇ ਹਾਂ। ਅਸੀਂ ਬਾਹਰਲੇ ਦੇਸ਼ਾਂ ਦੇ ਵਿੱਚ ਬੜੀ ਖੁਸ਼ੀ ਦੇ ਨਾਲ ਇਹ ਅਸੀਂ ਆਪਦੇ ਜੋ ਹੈਗੇ ਪੁਰਬ ਮਨਾਉਂਦੇ ਹਾਂ। ਇੱਥੇ ਅੱਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਪਰਬ ਦਾ ਦਿਹਾੜਾ ਸੀ, ਉਸ ਦੇ ਬਾਬਤ ਵਿੱਚ ਨਗਰ ਕੀਰਤਨ ਨਿਕਲਿਆ। ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਜੋ ਬਾਣੀ ਦਰਜ ਹੈ ਸਾਨੂੰ ਉਸ ਨਾਲ ਜੁੜਨਾ ਚਾਹੀਦਾ ਹੈ। ਡੇਰਾਵਾਦ ਦੇ ਵਿੱਚੋਂ ਬਾਹਰ ਨਿਕਲ ਕੇ ਜੋ ਬਾਣੀ ਵਿੱਚ ਦਰਜ ਹੈ ਉਹਦੇ ਚਿੰਨ੍ਹਾਂ ਉੱਪਰ ਸਾਨੂੰ ਚੱਲਣਾ ਚਾਹੀਦਾ। ਇਸ ਸਾਲ ਦਾ ਨਗਰ ਕੀਰਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸੀ। ਨਾਲ ਹੀ ਇਸ ਵਾਰ ਨਗਰ ਕੀਰਤਨ ਦੀ ਗੋਲਕ ਵਿੱਚ ਸੰਗਤਾਂ ਵੱਲੋਂ ਪਾਈ ਭੇਟਾਂ ਪੰਜਾਬ ਦੇ ਹੜ੍ਹ ਪੀੜਤਾਂ ਦੀ ਮਦਦ ਲਈ ਦਿੱਤੀ ਜਾਵੇਗੀ। GTA ਵਿੱਚ ਹੁਣ ਵੇਖਣ ਨੂੰ ਮਿਲ ਰਹੀਆਂ ਨੇ ਗਰਬੇ ਦੀਆਂ ਰੌਣਕਾਂ। ਜੀ ਹਾਂ, ਬੀਤੇ ਦਿਨੀ ਟੋਰਾਂਟੋ ਵਿੱਚ ਆਯੋਜਿਤ ਕੀਤਾ ਗਿਆ ਗਰਬਾ ਮਹੋਤਸਵ, ਜਿਸ ਵਿੱਚ 11 ਸਾਲਾਂ ਦੇ ਬਾਅਦ ਫਾਲਗੁਨੀ ਪਾਠਕ ਦੇ ਗੀਤਾਂ ਤੇ ਲੋਕ ਝੂਮਦੇ ਨਜ਼ਰ ਆਏ। ਆਓ ਤੁਹਾਨੂੰ ਵੀ ਦਿਖਾਉਂਦੇ ਹਾਂ ਗਰਬੇ ਦੀਆਂ ਕੁਝ ਖਾਸ ਰੌਣਕਾਂ। ਟੋਰਾਂਟੋ ਵਿੱਚ ਸ਼ੁਰੂਆਤ ਹੋ ਚੁੱਕੀ ਹੈ ਡਾਂਡੀਆ ਦੀ। बीते दिनी इंटरनेशनल सेंटर विच आयोजित किया गया डांडिया धूम 2019 फेस्टिवल ऑफ लाइफ विद फाल्गुनी पाठक। हॉल विच हर कोई पारंपरिक पोशाक विच डांडिया दे रंग विच रंगिया नजर आया ते हर कोई फाल्गुनी पाठक दे गीतां ते झूम रहा सी। ਅੱਜ ਅਸੀਂ ਇਕੱਠੇ ਹੋਏ ਇੱਥੇ at International Centre to watch Falguni Pathak sing live. So she's come here after I think 10 or 11 years and she's a phenomenal artist, and I think it's important that we take time out and appreciate our artists that from all over the world that come out here to Canada to entertain us. It's very important that we're able to vibrate and make sure that we interest our culture and stay in touch with our culture and make sure that our children understand that as well. ਅਸੀਂ ਇਹ ਸ਼ੋਅ ਕਰ ਰਹੇ ਹੈਗੇ ਹਾਂ ਲਾਈਕ ਸਭ ਨੂੰ ਪੁੱਛਿਆ ਕਿ ਤੁਸੀਂ ਗੁਜਰਾਤੀ ਸ਼ੋਅ ਕਰ ਰਹੇ ਹੋ, ਡਾਂਡੀਆ ਪੰਜਾਬੀ ਹੋ ਗਏ, ਤੇ ਮੈਨੂੰ ਪਹਿਲੇ ਵੀ ਕੁਐਸਚਨ ਕੀਤਾ ਗਿਆ ਬਟ ਯੂ نو ਅਸੀਂ ਚਾਹੁੰਦੇ ਸੀ ਕੋਈ ਡਿਫਰੈਂਟਲੀ ਕੰਮ ਕਰੀਏ। ਜੋ ਅਸੀਂ ਪੰਜਾਬੀ ਸ਼ੋਅ ਵੀ ਕਰਦੇ ਹਾਂ ਬਟ ਸੋਚਿਆ ਕਿ ਡਿਫਰੈਂਟਲੀ ਕੁਝ ਕਰੀਏ ਤੇ ਦੈਟਸ ਵਾਟ ਵੀ ਟਰਾਈਡ ਕਿ ਆਪਾਂ ਇਹ ਸ਼ੋਅ ਕੀਤਾ ਫਾਲਗੁਨੀ ਪਾਠਕ ਦਾ। 11 ਸਾਲ ਬਾਅਦ ਫਾਲਗੁਨੀ ਪਾਠਕ GTA ਦੇ ਵਿੱਚ ਟੋਰਾਂਟੋ ਦੇ ਵਿੱਚ ਪਰਫਾਰਮ ਕਰ ਰਹੀ ਹੈਗੀ ਹੈ ਐਂਡ ICC ਇਮੀਗ੍ਰੇਸ਼ਨ ਤੇ ਦਿਸ ਇਜ਼ ਆਵਰ ਐਨਵਰਸਰੀ ਮੰਥ ਐਜ਼ ਵੈਲ। 12 ਸਾਲ ਹੋ ਗਏ ਨੇ ਸਾਨੂੰ ਇਮੀਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦਿਆਂ। ਸੋ ਦਿਸ ਵੀ ਆਰ ਐਂਟਰਿੰਗ ਇਨਟੂ 13th ਈਅਰ। ਵੀ ਹੈਡ ਅ ਥਾਟ ਕਿ ਅਸੀਂ ਜਦੋਂ 13 ਸਾਲ ਦੇ ਵਿੱਚ ਜਾਵਾਂਗੇ ਤੇ ਫਾਲਗੁਨੀ ਪਾਠਕ ਦੇ ਧਮਾਕੇ ਦੇ ਨਾਲ ਅਸੀਂ ਜਾਣਾ ਹੈਗਾ। ਸੋ ਦਿਸ ਇਜ਼ ਅ ਟਾਈਮ ਟੂ ਗਿਵ ਬੈਕ ਟੂ ਦ ਕਮਿਊਨਿਟੀ। ਉਹਦੇ ਵਾਸਤੇ ਅਸੀਂ ਇਹ ਫਾਲਗੁਨੀ ਪਾਠਕ ਦਾ ਸ਼ੋਅ ਆਰਗੇਨਾਈਜ਼ ਕੀਤਾ ਐਂਡ ਇਸੇ ਵਾਸਤੇ ਕੀਤਾ ਤਾਂ ਕਿ GTA ਦੀ ਸਾਰੀ पब्लिक धमाल के नाल एंजॉय कर सके। हम सभी लोग करीब 50 लोग इधर गरबा देखने को आए। फाल्गुनी पाठक बहुत ही उसका नाम बॉम्बे में और इंडिया में मशहूर है और नॉर्थ अमेरिका में भी मशहूर है।
तो मैं फिर से भी रिपू जी का आभारी हूँ और मेरी टीम का आभारी हूँ। ਨਵਰਾਤਰਿਆਂ ਨੂੰ ਬੇਸ਼ੱਕ ਹਜੇ ਕੁਝ ਸਮਾਂ ਬਾਕੀ ਹੈ, ਪਰ ਟੋਰਾਂਟੋ ਵਿੱਚ ਡਾਂਡੀਆ ਦੇ ਸਮਾਗਮਾਂ ਦੀ ਸ਼ੁਰੂਆਤ ਹੋ ਚੁੱਕੀ ਹੈ ਤੇ ਇਹ ਸਿਲਸਿਲਾ ਆਉਂਦੇ ਕੁਝ ਦਿਨਾਂ ਤੱਕ ਇਸੇ ਤਰ੍ਹਾਂ ਜਾਰੀ ਰਹੇਗਾ। NRI वर्ड ਵਿੱਚ ਫਿਲਹਾਲ ਸਮਾਂ ਹੋ ਗਿਆ ਇੱਕ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਗੱਲਬਾਤ ਕਰਾਂਗੇ ਵਰਡ ਪੰਜਾਬੀ ਆਰਗੇਨਾਈਜੇਸ਼ਨ ਦੇ ਕਰਤਾ ਧਰਤਾ ਵਿਕਰਮਜੀਤ ਸਿੰਘ ਸਾਨੀ ਨਾਲ। ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਤੋਂ NRI ਵਰਡ ਵਿੱਚ ਤੁਹਾਡਾ ਸਵਾਗਤ ਹੈ ਤੇ ਹੁਣ ਗੱਲਬਾਤ ਕਰਦੇ ਹਾਂ ਵਰਡ ਪੰਜਾਬੀ ਆਰਗੇਨਾਈਜੇਸ਼ਨ ਦੇ ਕਰਤਾ ਧਰਤਾ ਵਿਕਰਮਜੀਤ ਸਿੰਘ ਸਾਨੀ ਦੇ ਨਾਲ, ਜੋ ਬੀਤੇ ਦਿਨੀ ਟੋਰਾਂਟੋ ਪਹੁੰਚੇ ਹੋਏ ਸਨ। ਇਸ ਮੌਕੇ ਉਹਨਾਂ ਵਰਡ ਪੰਜਾਬੀ ਆਰਗੇਨਾਈਜੇਸ਼ਨ ਦੇ ਟੋਰਾਂਟੋ ਚੈਪਟਰ ਦੀ ਵੀ ਸ਼ੁਰੂਆਤ ਕੀਤੀ ਤੇ ਆਉਣ ਵਾਲੇ ਸਮਾਗਮਾਂ ਦਾ ਸਾਡੇ ਨਾਲ ਜ਼ਿਕਰ ਕੀਤਾ। ਪੇਸ਼ ਹੈ ਖਾਸ ਗੱਲਬਾਤ ਵਿਕਰਮਜੀਤ ਸਿੰਘ ਸਾਨੀ ਦੇ ਨਾਲ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੀ ਇਸ ਖਾਸ ਪੇਸ਼ਕਸ਼ ਦੇ ਵਿੱਚ। ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦੁਨੀਆ ਭਰ ਵਿੱਚ ਕਈ ਸਮਾਗਮ ਉਲੀਕੇ ਜਾ ਰਹੇ ਨੇ। ਮੰਤਵ ਇੱਕੋ ਹੀ ਹੈ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨੂੰ ਦੁਨੀਆ ਭਰ ਵਿੱਚ ਪਹੁੰਚਾਇਆ ਜਾ ਸਕੇ। ਕੀ ਕੁਝ ਕੀਤਾ ਜਾ ਰਿਹਾ ਹੈ ਇਸ ਸੰਬੰਧੀ ਵਰਡ ਪੰਜਾਬੀ ਆਰਗੇਨਾਈਜੇਸ਼ਨ ਵੱਲੋਂ ਇਸੇ ਸੰਬੰਧੀ ਗੱਲਬਾਤ ਕਰਨ ਲਈ ਅੱਜ ਸਾਡੇ ਨਾਲ ਮੌਜੂਦ ਨੇ ਪਦਮ ਸ਼੍ਰੀ ਸਰਦਾਰ ਵਿਕਰਮਜੀਤ ਸਿੰਘ ਸਾਨੀ, ਜੋ ਖਾਸ ਤੌਰ ਤੇ ਟੋਰਾਂਟੋ ਵਿਜ਼ਿਟ ਤੇ ਨੇ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ। ਜਿਵੇਂ ਮੈਂ ਗੱਲ ਕੀਤੀ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨੂੰ ਦੁਨੀਆ ਤੱਕ ਪਹੁੰਚਾਉਣ ਦਾ ਇੱਕ ਮੰਤਵ ਚੱਲ ਰਿਹਾ ਹੈ, ਕਿਉਂਕਿ 550ਵਾਂ ਪ੍ਰਕਾਸ਼ ਪੁਰਬ ਅਸੀਂ ਮਨਾ ਰਹੇ ਹਾਂ। ਸਭ ਤੋਂ ਪਹਿਲਾਂ ਤੁਸੀਂ ਵੀ ਵਧਾਈ ਦੇ ਪਾਤਰ ਹੋ, ਕਿਉਂਕਿ ਤੁਹਾਡੀ ਆਰਗੇਨਾਈਜੇਸ਼ਨ ਵੱਲੋਂ ਇੱਕ ਬੀੜਾ ਚੁੱਕਿਆ ਗਿਆ ਇਹਨਾਂ ਟੀਚਿੰਗਸ ਨੂੰ ਅੱਗੇ ਪਹੁੰਚਾਉਣ ਦਾ। ਕੀ ਕੁਝ ਖਾਸ ਇਸ ਵਾਰ ਤੁਸੀਂ ਕਰ ਰਹੇ ਹੋ? ਸਤਿਗੁਰ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਇਆ। ਅਸੀਂ ਵਰਲਡ ਪੰਜਾਬੀ ਆਰਗੇਨਾਈਜੇਸ਼ਨ ਵੱਲੋਂ ਬਹੁਤ ਸਾਰੇ ਪ੍ਰੋਗਰਾਮ ਡਿਫਰੈਂਟ ਸ਼ਤਾਬਦੀਆਂ 'ਤੇ ਕੀਤੇ। ਮੈਨੂੰ ਯਾਦ ਹੈ 1999 ਦੇ ਵਿੱਚ ਖਾਲਸਾ ਪੰਥ ਦੇ 300 ਸਾਲਾ ਉਤਸਵ 'ਤੇ ਸਿਰਜਣਾ 'ਤੇ ਅਸੀਂ ਇੱਕ ਬਹੁਤ ਵੱਡਾ ਲਾਈਟ ਐਂਡ ਸਾਊਂਡ ਸ਼ੋਅ ਬਣਾਇਆ, ਬੋਲੇ ਸੋ ਨਿਹਾਲ, ਜਿਹਦੇ ਕਈ ਸ਼ੋਅ ਕੈਨੇਡਾ ਵਿੱਚ ਵੀ ਹੋਏ। ਫਿਰ ਮਹਾਰਾਜਾ ਰਣਜੀਤ ਸਿੰਘ ਜੀ ਦੇ 200 ਸਾਲਾ ਬਰਸੀ ਤੇ 2002 ਦੇ ਵਿੱਚ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਲਾਈਟ ਐਂਡ ਸਾਊਂਡ ਸ਼ੋਅ ਬਣਾਇਆ, ਜਿਹਦਾ ਸਿੱਖਿਆਵਾਂ ਦੀਆਂ ਸਾਖੀਆਂ, ਉਹਨਾਂ ਦੀਆਂ ਉਦਾਸੀਆਂ ਬਾਰੇ ਦੱਸਦੇ ਹੈ। ਉੱਥੇ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਔਰ ਖਾਸ ਕਰਕੇ ਜਿਹੜੇ ਨੌਨ ਸਿੱਖਸ ਹੈ ਉਹਨਾਂ ਨੂੰ ਵੀ ਇਹ ਮੈਸੇਜ ਮਾਨਵਤਾ ਦਾ, ਕਿਉਂਕਿ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਕਨਫਾਈਨ ਕਰਨਾ ਕਿ ਵੀ ਉਹ ਸਿੱਖ ਰਿਲੀਜਨ ਦੇ ਹੀ ਖਾਲੀ ਸਿੱਖ ਰਿਲੀਜਨ ਦੇ ਉਹ ਫਾਊਂਡਰ ਸਨ, ਲੇਕਿਨ ਉਹਦੇ ਨਾਲ ਨਾਲ ਮੈਂ ਸਮਝਦਾ ਉਹ ਮਾਨਵਤਾ ਦੇ ਪ੍ਰੋਫਿਟ ਸਨ। ਉਹਨਾਂ ਨੇ ਸਰਬ ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ, ਤਾਂ ਹੀ ਬਹੁਤ ਵੱਡੀ ਸਿੰਧੀ ਕਮਿਊਨਿਟੀ ਵੀ ਅੱਜ ਉਹਨਾਂ ਦੀ ਪੈਰੋਕਾਰ ਹੈ, ਮੰਨਦੀ ਹੈ। ਹੋਰ ਸਾਡੇ ਕਈ ਹਿੰਦੂ ਵੀਰ
ਉਹਨਾਂ ਨੂੰ ਮੰਨਦੇ ਕਿ ਗੁਰੂ ਸਾਹਿਬ ਨੇ ਕਿਹਾ ਸੀ ਜਦੋਂ ਵਹੀ ਨਦੀ ਤੋਂ ਬਾਹਰ ਨਿਕਲੇ 3 ਦਿਨਾਂ ਬਾਅਦ ਸੁਲਤਾਨਪੁਰ ਲੋਧੀ ਉਹਨਾਂ ਨੇ ਕਿਹਾ ਇੱਕਿਓ ਓੰਕਾਰ ਜੀ, ਗॉड इज़ वन। और फिर उन्होंने कहा ना को हिंदू ना मुसलमान। तो बहुत वड्डी गल कही। और जो अज दे युग दे विच धर्म दे नां ते इन्ना तशद्दद हो रहा है, मैं समझदा जे गुरु नानक देव जी दा इहो ही मैसेज कि परमात्मा एक है ये पहुँचाया जाए तो सारे लड़ाई झगड़े ही धर्म दे नां ते खत्म हो सकते हैं। जी बिल्कुल, बहुत ज़रूरी हो जाता है क्योंकि असी तो अपनी दादियां नानियां तो साखियां सुनिया, पर इधर जो न्यूट्रल फैमिलीज़ ने तो साढ़े बच्चे उस तरह दी साखियां नहीं सुन पाए। तो जो तुसी इस तरह के शोज़ इस तरह वर्ल्ड वाइड अलग अलग कंट्रीज़ विच ट्रैवल करोगे तो ਜਿਹੜੇ ਸਾਡੇ ਬੱਚੇ ਨੇ, ਸਾਡੀ ਅੱਗੇ ਨੈਕਸਟ ਜਨਰੇਸ਼ਨ ਹੈ, ਉਹ ਉਹਨਾਂ ਸਾਖੀਆਂ ਨਾਲ ਕਨੈਕਟ ਹੋ ਸਕਦੀ ਹੈ। ਅੱਗੇ ਕਿਸ ਤਰ੍ਹਾਂ ਦਾ ਪਲਾਨ ਹੈਗਾ ਕਿਉਂਕਿ ਤੁਸੀਂ ਦਿੱਲੀ ਹੁਣ ਸ਼ੋਅ ਕਰਕੇ ਆਏ ਹੋ? ਅਸੀਂ ਹੁਣੇ ਅਬੂ ਧਾਬੀ ਦੇ ਵਿੱਚ ਜਦੋਂ ਪ੍ਰਾਈਮ ਮਿਨਿਸਟਰ ਮੋਦੀ ਪੁੱਜੇ ਉਸ ਦਿਨ, ਉਸ ਤੋਂ ਪਹਿਲੀ ਸ਼ਾਮ ਇੱਕ ਬਹੁਤ ਵੱਡੀ ਐਗਜ਼ੀਬਿਸ਼ਨ ਉੱਥੇ ਲਗਾਈ ਗਈ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪੂਰੇ ਜੀਵਨੀ ਉੱਤੇ। ਔਰ ਮੈਨੂੰ ਖੁਸ਼ੀ ਹੈ ਕਿ ਸ਼ੇਖ ਅਲ ਨਿਹਾਨ ਜੋ ਉੱਥੋਂ ਦੇ ਰਾਇਲ ਫੈਮਿਲੀ ਤੋਂ ਨੇ, ਔਰ ਉੱਥੇ ਤੁਹਾਨੂੰ ਜਾਣ ਕੇ ਖੁਸ਼ੀ ਹੋਏਗੀ ਦਰਸ਼ਕਾਂ ਨੂੰ ਕਿ ਯੂਏਈ ਵਰਗੀ ਕੰਟਰੀ ਦੇ ਵਿੱਚ ਉਹਨਾਂ ਨੇ ਇੱਕ ਮਿਨਿਸਟਰੀ ਨਵੀਂ ਬਣਾਈ ਹੈ ਅੱਜ ਕੱਲ੍ਹ, ਜਿਹਦਾ ਨਾਮ ਹੈ ਮਿਨਿਸਟਰੀ ਆਫ ਟੋਲਰੈਂਸ। और देखो गुरु नानक देव जी ने पीसफुल को एग्जिस्टेंस और इंटरफेथ जी डायलॉग आज हो रहा है, ये गुरु नानक साहब ने सिद्धा नाल जाके नानक मते भी किया, हर जगह हो गए, मक्का मदीना भी गए, उत्थे जाके उन्होंने कहा कि मेरे पैर उस तरफ कर दो जिधर खुदा नहीं है। नमाज पढ़न भी उत्थे जो मस्जिद दौलत खान लोधी नमाज पढ़ रहा उन्होंने भी जाके उपदेश दिता भी तू अखा बंद करके नमाज बोली जा रहे हैं तो एक्चुअली तो तू घोड़े वेच रहे हैं अरेबिया तो जी ये इंटरफेथ। और उन्होंने हमेशा कहा भी एक चंगा हिंदू बने, एक चंगा मुसलमान बने। तो साढ़े वो शेख अल निहान उत्थे चीफ गैसट बने। हुण साडा दुबई च प्रोग्राम है 27-28 सितंबर ਨੂੰ। ਹੁਣ ਅਸੀਂ ਜਿੱਥੇ ਜਿੱਥੇ ਗੁਰੂ ਨਾਨਕ ਦੇਵ ਜੀ ਗਏ ਨੇਬਰਿੰਗ ਕੰਟਰੀਜ਼ ਭਾਰਤ ਦੇ, ਉੱਥੇ ਅਸੀਂ ਪ੍ਰੋਗਰਾਮ ਉਲੀਕਿਆ ਹੈ। ਔਰ ਕਾਠਮੰਡੂ ਦੇ ਵਿੱਚ 27-28 ਸਤੰਬਰ ਨੂੰ ਹੈ, ਫਿਰ ਢਾਕਾ ਦੇ ਵਿੱਚ ਹੈ 7-8 ਅਕਤੂਬਰ ਨੂੰ, ਫਿਰ ਕੈਸਪੀਅਨ ਸੀ ਤੇ ਈਰਾਨ ਦੇ ਵਿੱਚ ਉਹ ਗਏ। ਬਗਦਾਦ 'ਚ ਵੀ ਪ੍ਰੋਗਰਾਮ ਬਣ ਰਿਹਾ ਹੈ ਕਿ ਉੱਥੇ ਉਹਨਾਂ ਦੇ ਜਿੱਥੇ ਗੁਰੂ ਨਾਨਕ ਸਾਹਿਬ ਗਏ ਦਸਤਗੀਰ ਨਾਲ ਉਹਨਾਂ ਦਾ ਵਾਰਤਾਲਾਪ ਹੋਇਆ, ਉੱਥੇ ਵੀ ਕੋਈ ਢੁਕਵੀਂ ਯਾਦਗਾਰ ਬਣਾਏ। ਤੇ ਅਸੀਂ ਉਹ ਵੀ ਪ੍ਰੋਗਰਾਮ ਬਣਾਇਆ ਨੇਬਰਿੰਗ ਕੰਟਰੀਜ਼ ਦੇ, ਜਿੱਥੇ ਅਸੀਂ UK ਕੈਨੇਡਾ ਤੇ ਉੱਥੇ ਪ੍ਰੋਗਰਾਮ ਉਲੀਕ ਰਹੇ ਹਾਂ ਉੱਥੇ। ਲੇਕਿਨ ਜਿੱਥੇ ਉਹ ਉਦਾਸੀਆਂ ਉਹਨਾਂ ਨੇ ਕੀਤੀਆਂ ਤੇ ਉੱਥੇ ਵੀ ਪ੍ਰੋਗਰਾਮ ਕੀਤੇ ਜਾਣ ਤਾਂ ਕਿ ਉੱਥੋਂ ਦੇ ਲੋਕਾਂ ਨੂੰ, ਕਿਉਂਕਿ ਢਾਕਾ ਦੇ ਵਿੱਚ ਢਾਕਾ ਯੂਨੀਵਰਸਿਟੀ ਦੇ ਵਿੱਚ ਗੁਰਦੁਆਰਾ, ਉੱਥੋਂ ਦੇ ਇੰਟੈਲੈਕਚੁਅਲਸ ਨੂੰ ਪਤਾ ਲੱਗੇ ਕਿ ਗੁਰੂ ਨਾਨਕ ਦੇਵ ਜੀ ਨੇ ਇਹ 550 ਸਾਲ ਪਹਿਲਾਂ ਇਹ ਮਾਨਵਤਾ ਦਾ ਸੰਦੇਸ਼, ਪੀਸਫੁਲ ਕੋਐਗਜ਼ਿਸਟੈਂਸ, ਯੂਨੀਵਰਸਲ ਬ੍ਰਦਰਹੁੱਡ ਜਿਹਦੀ ਅੱਜ ਮੈਂ ਸਮਝਦਾ ਸਭ ਤੋਂ ਜ਼ਿਆਦਾ ਲੋੜ ਹੈ, ਉਹ ਸੰਦੇਸ਼ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਦਿੱਤਾ। ਉਹ ਭਾਵੇਂ ਸੋਸ਼ਲ ਇਕੁਐਲਿਟੀ ਹੈ ਜਾਂ ਗਲੋਬਲ ਵਾਰਮਿੰਗ ਹੈ, ਬਹੁਤ ਖਜ਼ਾਨਾ ਜਪਜੀ ਸਾਹਿਬ ਦੇ ਵਿੱਚ ਜੋ ਇੱਕ ਅਟੁੱਟ ਖਜ਼ਾਨਾ ਭਰਿਆ ਹੈ, ਜੋ ਉਹਨਾਂ ਨੇ ਪਲੈਨਟਸ ਬਾਰੇ ਦੱਸਿਆ ਹੈ। ਅਬ ਹਰ ਇੱਕ ਕੋਈ ਵੀ ਟੌਪਿਕ ਤੁਸੀਂ ਚੁੱਕ ਲਓ, ਉਹ ਅਮੇਜ਼ਿੰਗ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਕਿਸ ਤਰ੍ਹਾਂ ਉਹਨਾਂ ਨੇ ਅਕਾਲ ਪੁਰਖ ਦੀ ਬਖਸ਼ਿਸ਼ ਨਾਲ ਉਹਨਾਂ ਨੇ, ਮੇਰਾ ਖਿਆਲ ਉਹਨੂੰ ਅਸੀਂ ਅਪਣਾ ਲਈਏ ਆਪਣੇ ਜੀਵਨ ਦੇ ਵਿੱਚ, ਉਹਨਾਂ ਦੇ ਆਦਰਸ਼ਾਂ ਨੂੰ, ਉਹਨਾਂ ਦੀ ਜੀਵਨੀ ਨੂੰ। ਤੇ ਔਰ ਫਿਰ ਉਹਨਾਂ ਨੇ ਗ੍ਰਸਤੀ ਜੀਵਨ ਨੂੰ ਕਿੰਨੀ ਇੰਪੋਰਟੈਂਸ ਦਿੱਤੀ। ਉਦੋਂ ਸਾਧੂ ਸੰਤ ਹਿਮਾਲਿਆ ਵਿੱਚ ਜਾ ਕੇ ਬੇਉਸਮੇਰ ਉੱਥੇ ਚਲੇ ਜਾਂਦੇ ਸੀ ਤੇ ਗੁਰੂ ਨਾਨਕ ਸਾਹਿਬ ਨੇ ਕਿਹਾ, ਜਦੋਂ ਉਹਨਾਂ ਨੇ ਪੁੱਛਿਆ ਵੀ ਥੱਲੇ ਕੀ ਹਾਲ ਹੈ ਸਾਧੂਆਂ ਨੇ, ਤਾਂ ਉਹਨਾਂ ਨੇ ਕਿਹਾ ਵੀ ਥੱਲੇ ਤੇ ਕਾਰੋ ਵਰਨਾ ਜਾਤਾਂ ਦੇ ਵਿੱਚ ਸਮਾਜ ਵੰਡਿਆ ਹੈ, ਤੇ ਜੇ ਤੁਸੀਂ ਇੱਥੇ ਆ ਗਏ ਹਿਮਾਲਿਆਸ ਦੇ ਵਿੱਚ ਬੈਠ ਜਾਓਗੇ ਤੇ ਦੁਨੀਆ ਦਾ ਉਧਾਰ ਕੌਣ ਕਰੇਗਾ। ਤਾਂ ਹੀ ਗੁਰੂ ਨਾਨਕ ਸਾਹਿਬ ਨੇ ਗ੍ਰਸਤੀ ਜੀਵਨ ਨੂੰ ਸਭ ਤੋਂ ਉੱਚਾ ਸਥਾਨ ਦਿੱਤਾ। ਤਾਂ ਉਹਨਾਂ ਨੇ ਕਿਹਾ ਵੀ ਕਿਰਤ ਕਰੋ, ਆਪਣਾ ਗ੍ਰਸਤੀ ਜੀਵਨ 'ਚ ਰਹੋ। ਬਹੁਤ ਸਾਰੀਆਂ ਐਸੀਆਂ ਗੱਲਾਂ ਹੈ which he preached। ਜੀ ਬਿਲਕੁਲ, ਸਮੇਂ ਦੀ ਮੰਗ ਹੈ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿੱਚ ਅਪਣਾਇਆ ਜਾਏ। ਅਸੀਂ ਤੁਹਾਨੂੰ ਵਧਾਈ ਦੇਣਾ ਚਾਹਾਂਗੇ। ਹੁਣ ਤੁਸੀਂ ਵਰਲਡ ਪੰਜਾਬੀ ਆਰਗੇਨਾਈਜੇਸ਼ਨ ਦੀ ਔਟਫਾ ਤੋਂ ਬਾਅਦ ਹੁਣ ਟੋਰਾਂਟੋ ਵਿੱਚ ਵੀ ਚੈਪਟਰ ਦੀ ਸ਼ੁਰੂਆਤ ਕੀਤੀ ਹੈ, ਕੀ ਕੁਝ ਪ੍ਰਾਇੋਰਟੀਜ਼ ਰਹਿਣਗੀਆਂ ਹੁਣ? ਵਰਲਡ ਪੰਜਾਬੀ ਆਰਗੇਨਾਈਜੇਸ਼ਨ ਸ਼ੁਰੂ ਤੋਂ ਇੱਕ ਨਾਨ ਪੋਲੀਟੀਕਲ ਆਰਗੇਨਾਈਜੇਸ਼ਨ ਰਹੀ। 1999 ਵਿੱਚ ਸ਼੍ਰੀ ਇੰਦਰ ਕੁਮਾਰ ਗੁਜਰਾਲ ਜੀ ਸਾਡੇ ਪੈਟਰਨ ਇਨ ਚੀਫ ਸਨ। ਉਸ ਤੋਂ ਬਾਅਦ ਅਸੀਂ ਕੈਨੇਡਾ 'ਚ ਵੀ ਕਾਫੀ ਕੰਮ ਕੀਤਾ। ਜਦੋਂ ਉਜਲ ਦੋਸਾਂਝ ਜੀ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਬਣੇ, ਹਰਬ ਧਾਲੀਵਾਲ ਜੀ ਜਦੋਂ ਸਨ, ਬੜਾ ਅਸੀਂ ਕੰਮ ਕੀਤਾ। ਵਰਲਡ ਪੰਜਾਬੀ ਪਾਰਲੀਮੈਂਟੇਰੀਅਨ ਫੋਰਮ ਵੀ ਅਸੀਂ ਇੱਕ ਦਿੱਲੀ ਦੇ ਵਿੱਚ ਬਣਾਇਆ। ਉਦੋਂ ਰੂਬੀ ਟੱਲਾ ਜੀ MP ਸਨ ਇੱਥੋਂ, ਜਿੰਨੇ ਵੀ
ਪੰਜਾਬੀ ਓਰੀਜਨ ਦੇ MPs ਨੇ ਉਹਨਾਂ ਦਾ ਅਸੀਂ ਇੱਕ ਫੋਰਮ ਬਣਾਇਆ, ਦਿੱਲੀ 'ਚ ਲਾਂਚ ਕੀਤਾ ਔਰ ਹਰ 2-3-2.5 ਸਾਲ ਬਾਅਦ ਅਸੀਂ ਮਿਲਦੇ ਹਾਂ। ਤੇ ਕੈਨੇਡਾ ਟੋਰਾਂਟੋ 'ਚ ਖਾਸ ਕਰਕੇ ਇੰਨੇ ਪੰਜਾਬੀ ਨੇ ਤੇ ਸਟੀਵ ਗੁਪਤਾ ਜੀ ਜੋ ਉੱਥੋਂ ਦੇ ਬਹੁਤ ਵੱਡੇ ਹੋਟਲੀਅਰ ਨੇ ਉਹ ਸਾਡੇ ਪ੍ਰੈਜ਼ੀਡੈਂਟ ਬਣੇ ਨੇ ਜੀ। ਕੱਲ ਸਾਡੀ ਨਵ ਭਾਟੀਆ ਜੀ ਵੀ ਜਿਹੜੇ ਇਹਦੇ ਸੁਪਰ ਫੈਨ ਨੇ, ਉਹਦੇ ਬਾਸਕਟਬਾਲ BS ਉਹਦੇ ਨਾਲ ਵੀ ਅਸੀਂ ਜੁੜੇ ਹਾਂ। ਅਸੀਂ ਉਹਨਾਂ ਦਾ ਨਵ ਭਾਟੀਆ ਫਾਊਂਡੇਸ਼ਨ, ਇੰਡੀਆ ਫਾਊਂਡੇਸ਼ਨ ਵੀ ਲਾਂਚ ਕਰ ਰਹੇ ਹਾਂ। ਤੇ ਇਸ ਤਰ੍ਹਾਂ ਦੇ ਜਿਹੜੇ ਉੱਘੇ ਪੰਜਾਬੀ ਨੇ ਉਹਨਾਂ ਨੂੰ ਇਕੱਠੇ ਕਰਕੇ ਤੇ ਅਸੀਂ PTC ਪੰਜਾਬੀ ਦੇ ਸਹਿਯੋਗ ਨਾਲ ਵੀ ਚਾਹੁੰਦੇ ਹਾਂ ਕਿ ਸਾਲ ਦੇ ਵਿੱਚ ਇੱਕ ਬਹੁਤ ਵੱਡਾ ਪ੍ਰੋਗਰਾਮ ਪੰਜਾਬੀ ਹੈਰੀਟੇਜ ਨੂੰ ਲੈ ਕੇ ਹੋਣਾ ਚਾਹੀਦਾ ਹੈ, ਕਿਉਂਕਿ ਪੰਜਾਬੀ ਹੈਰੀਟੇਜ ਬਹੁਤ ਵਿਸ਼ਾਲ ਹੈ। ਬਿਲਕੁਲ ਉਹ ਸਾਡਾ ਇਹ ਹੈਰੀਟੇਜ ਨਹੀਂ ਹੈ ਜੋ ਅੱਜ ਜੇ ਤੁਸੀਂ ਪੰਜਾਬੀ ਗਾਣੇ ਸੁਣਦੇ ਹੋ, ਸਾਡਾ ਹੈਰੀਟੇਜ ਬਾਬਾ ਬੁੱਲੇ ਸ਼ਾਹ ਹੈ, ਸ਼ਾਹ ਹੁਸੈਨ ਹੈ, ਬਾਹੂ ਹੈ, ਵਾਰਿਸ ਸ਼ਾਹ, ਅੰਮ੍ਰਿਤਾ ਪ੍ਰੀਤਮ ਹਜੇ ਪਰਸੋਂ ਹੀ ਉਹਨਾਂ ਦਾ 100ਵਾਂ ਜਨਮ ਦਿਨ ਸੀ, ਤੇ ਸ਼ਿਵ ਕੁਮਾਰ ਬਟਾਲਵੀ। ਇਸ ਤਰ੍ਹਾਂ ਦਾ ਅਸੀਂ ਪੰਜਾਬੀ ਹੈਰੀਟੇਜ ਨੂੰ ਜਿਹੜੇ ਲੋਕ ਪ੍ਰਮੋਟ ਕਰ ਰਹੇ ਆ ਉਹਨਾਂ ਨੂੰ ਆਨਰ ਕਰੀਏ। ਔਰ ਬਹੁਤ ਵੱਡਾ ਪ੍ਰੋਗਰਾਮ ਅਸੀਂ ਉਲੀਕ ਰਹੇ ਹਾਂ ਅਗਲੀ ਵਿਸਾਖੀ ਤੇ। ਔਰ ਵਰਲਡ ਪੰਜਾਬੀ ਕਨਵੈਨਸ਼ਨ ਵੀ ਜਿੰਨੇ ਵੀ ਸਾਡੇ ਕੈਨੇਡਾ ਦੇ ਚੈਪਟਰਸ ਨੇ ਉਹਨਾਂ ਨੇ ਕਿਹਾ ਕਿ ਕੈਨੇਡਾ 2020 ਜਿਹੜੀ ਇੱਕ ਬਹੁਤ ਵੱਡੀ ਵਰਲਡ ਪੰਜਾਬੀ ਦੁਨੀਆ ਦੇ ਸਾਰੇ ਜਿਹੜੇ ਉੱਘੇ ਪੰਜਾਬੀ ਹੈ ਉਹ ਇੱਥੇ ਇਕੱਠੇ ਹੋਣ ਔਰ ਆਪਣੇ ਪੰਜਾਬ ਬਾਰੇ ਸੋਚਣ, ਪੰਜਾਬੀਅਤ ਬਾਰੇ ਸੋਚਣ, ਅਸੀਂ ਪੰਜਾਬੀ ਬੱਚਿਆਂ ਦੀ ਕਿਸ ਤਰ੍ਹਾਂ ਮਦਦ ਕਰ ਸਕਦੇ ਹਾਂ। ਕਿਉਂਕਿ ਮੈਂ ਨੈਸ਼ਨਲ ਸਕਿੱਲ ਡਿਵੈਲਪਮੈਂਟ ਕਾਉਂਸਲ ਦੇ ਬੋਰਡ ਤੇ ਵੀ ਹਾਂ ਇੰਡੀਆ 'ਚ, ਔਰ ਬੜਾ ਫਿਕਰ ਰਹਿੰਦਾ ਹੈ ਕਿ ਪੰਜਾਬ ਦੇ ਵਿੱਚ ਜੌਬਸ ਦੀ ਜੋ ਪ੍ਰੋਬਲਮ ਹੈ, ਅਨਐਮਪਲੋਇਮੈਂਟ ਦੀ ਪ੍ਰੋਬਲਮ ਹੈ, ਡਰੱਗਸ ਦੀ ਪ੍ਰੋਬਲਮ ਹੈ, ਕਈ ਤਰੀਕੇ ਦੀਆਂ ਪ੍ਰੋਬਲਮਸ ਨੇ, ਬਟ ਮੇਨ ਇਜ਼ ਦ ਜੌਬਸ। ਉਹਨਾਂ ਨੂੰ ਅਸੀਂ ਸਕਿਲਿੰਗ ਦੇ ਕੇ ਕਿਸ ਤਰ੍ਹਾਂ ਜੌਬਸ ਲਈ ਪ੍ਰੇਰਿਤ ਕਰੀਏ ਪੰਜਾਬ ਦੇ ਵਿੱਚ, ਕਿਸ ਤਰ੍ਹਾਂ, ਤੇ ਇਸ ਤਰ੍ਹਾਂ ਦਾ ਅਸੀਂ ਪ੍ਰੋਗਰਾਮ ਉਲੀਕ ਰਹੇ ਹਾਂ 2020 'ਚ ਕੈਨੇਡਾ 'ਚ ਕਨਵੈਨਸ਼ਨ, ਔਰ ਨਾਲ ਹੀ ਸ਼ਾਮ ਨੂੰ ਕਲਚਰਲ ਈਵਨਿੰਗ, ਬਟ ਐਮਫੈਸਿਸ ਔਨ ਦੀ ਪੰਜਾਬੀ ਹੈਰੀਟੇਜ ਜੋ ਸਾਡਾ ਵਿਰਸਾ ਹੈ। ਜੀ ਵੈਲ, ਤੁਸੀਂ ਆਪਣੇ ਬਿਜ਼ੀ ਸਕੇਡਿਊਲ ਤੋਂ ਸਾਡੇ ਲਈ ਟਾਈਮ ਕੱਢਿਆ, ਥੈਂਕ ਯੂ ਸੋ ਮਚ। ਅਸੀਂ ਉਮੀਦ ਕਰਦੇ ਹਾਂ ਅਪ੍ਰੈਲ ਵਿੱਚ ਜਦੋਂ ਤੁਸੀਂ ਇਹ ਪੂਰਾ ਸਮਾਗਮ ਉਲੀਕੋਗੇ ਇੱਕ ਵਾਰੀ ਫਿਰ ਤੋਂ ਉਸ ਸੰਬੰਧੀ ਤੁਹਾਡੇ ਨਾਲ ਗੱਲਬਾਤ ਕਰਾਂਗੇ। ਥੈਂਕ ਯੂ ਸੋ ਮਚ ਐਂਡ ਵੀ ਵਿਸ਼ ਯੂ ਆਲ ਦ ਵੈਰੀ ਬੈਸਟ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸੋ ਅੱਜ ਦੇ ਲਈ NRI ਵਰਡ ਵਿੱਚ ਬਸ ਇੰਨਾ ਹੀ। ਉਮੀਦ ਕਰਦੇ ਹਾਂ ਸਾਡੀ ਇਹ ਖਾਸ ਪੇਸ਼ਕਸ਼ ਤੁਹਾਨੂੰ ਪਸੰਦ ਆਈ ਹੋਵੇਗੀ। ਜੇ ਤੁਸੀਂ ਵੀ NRI ਵਰਡ ਵਿੱਚ ਕੁਝ ਖਾਸ ਵੇਖਣਾ ਚਾਹੁੰਦੇ ਹੋ ਤਾਂ ਸਾਨੂੰ ਜ਼ਰੂਰ ਲਿਖੋ। ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਉਸ ਖਬਰ ਨੂੰ, ਉਸ ਸਰਗਰਮੀ ਨੂੰ ਤੁਹਾਡੇ ਤੱਕ ਪਹੁੰਚਾ ਸਕੀਏ। ਸਾਡਾ ਈਮੇਲ ID ਹੈ feedback@pdcnetwork.com। ਫਿਲਹਾਲ ਸਾਨੂੰ ਦਿਓ ਇਜਾਜ਼ਤ, ਫਿਰ ਤੋਂ ਮੁਲਾਕਾਤ ਹੋਏਗੀ ਅਗਲੇ ਹਫਤੇ। ਉਦੋਂ ਤੱਕ ਲਈ ਤੁਸੀਂ ਰੱਖਣਾ ਆਪਣਾ ਖਿਆਲ। ਸਤਿ ਸ਼੍ਰੀ ਅਕਾਲ।